ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੇਖਦੇ ਹਾਂ ਸਭ ਤੋਂ ਪਹਿਲਾਂ ਕਰੰਸੀ ਰੇਟ। ਅੱਜ ਦਾ ਯੂਰੋ ਦਾ ਰੇਟ ਹੈ 83 ਰੁਪਏ ਤੇ 36 ਪੈਸੇ। ਆਪਾਂ ਗੱਲ ਕਰ ਰਹੇ ਹਾਂ ਇੰਡੀਆ ਦੇ ਰੁਪਏ ਦੇ ਵਿੱਚ। ਇਸ ਤੋਂ ਇਲਾਵਾ ਜੇ ਆਪਾਂ ਇੰਗਲੈਂਡ ਦੀ ਇੱਕ ਪਾਉਂਡ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਜਿਹੜਾ ਘਟ ਚੁੱਕਾ ਹੈ, 97 ਰੁਪਏ 96 ਪੈਸੇ ਦੇ ਉੱਤੇ ਆ ਚੁੱਕਾ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਨਿਊਜ਼ੀਲੈਂਡ ਦਾ ਡਾਲਰ ਹੈ, ਇਸ ਦਾ ਰੇਟ ਵੀ 50 ਰੁਪਏ 62 ਪੈਸੇ। ਅਤੇ ਇਸ ਤੋਂ ਇਲਾਵਾ ਜਿਹੜਾ ਆਸਟ੍ਰੇਲੀਆ ਦਾ ਡਾਲਰ 55 ਰੁਪਏ 83 ਪੈਸੇ ਚੱਲ ਰਿਹਾ। ਅਮਰੀਕਾ ਦਾ ਇੱਕ ਡਾਲਰ 77 ਰੁਪਏ 63 ਪੈਸੇ। ਲਾਸਟ ਵਿੱਚ ਆਪਾਂ ਗੱਲ ਕਰਾਂਗੇ ਕੈਨੇਡੀਅਨ ਡਾਲਰ ਦੀ, 61 ਰੁਪਏ 42 ਪੈਸੇ। ਇੱਥੇ ਤੁਹਾਨੂੰ ਦੱਸ ਦਈਏ ਕਿ ਆਪਾਂ 5 ਜਾਂ 6 ਕਰੰਸੀਆਂ ਦੇ ਰੇਟ ਇਸ ਦੇ ਵਿੱਚ ਦੱਸਦੇ ਹਾਂ। ਬਾਕੀ ਬਹੁਤੇ ਵੀਰਾਂ ਦਾ ਸਵਾਲ ਇਹ ਹੁੰਦਾ ਕਿ ਜੇ ਉਹ ਇਟਲੀ ਦੇ ਵਿੱਚ ਕੰਮ ਕਰਦੇ ਹਨ ਅਤੇ ਇੱਥੇ ਉਹ ਚਲੋ 4 ਪੈਸੇ ਵੀ ਕਮਾਉਂਦੇ ਹਨ ਅਤੇ ਇੰਡੀਆ ਵਿੱਚ ਵੀ ਲੋਕ ਭੇਜਦੇ ਹਨ। ਜਿਹੜੇ ਹੁਣ ਤਕਰੀਬਨ ਖਾਸ ਕਰ ਜਿਹੜੇ ਲੋਕ ਇੱਥੇ ਆਪਣੇ ਵੀਰ ਕਈ ਇਕੱਲੇ ਰਹਿੰਦੇ ਹਨ ਅਤੇ ਉਹਨਾਂ ਨੇ ਫਿਰ ਇੱਥੇ ਕੀ ਕਰਨਾ ਹੁੰਦਾ, ਜੇ ਉਹ ਮੁੰਡਿਆਂ ਦੇ ਵਿੱਚ ਰਹਿੰਦੇ ਹਨ ਤਾਂ ਉਹ ਕਈ ਵਾਰ ਸੋਚਦੇ ਹਨ ਕਿ ਜਿਹੜਾ ਪੈਸਾ ਹੈ ਜੀ ਇੰਡੀਆ ਦੇ ਵਿੱਚ ਭੇਜਿਆ ਜਾਵੇ। ਅਤੇ ਇਹਦੇ ਵਾਸਤੇ ਉਹਨਾਂ ਨੇ ਪੁੱਛਿਆ ਕਿ ਕਿਹੜਾ ਇਹੋ ਜਿਹਾ ਤਰੀਕਾ ਹੈ ਕਿ ਬਿਨਾਂ ਆਪਾਂ ਕੋਈ ਕਮਿਸ਼ਨ ਦਿੱਤੇ ਹੋਏ ਜਿਹੜਾ ਪੂਰੇ ਦਾ ਪੂਰਾ ਪੈਸਾ ਹੈ ਜੀ ਇੰਡੀਆ ਦੇ ਵਿੱਚ ਭੇਜੀ ਅਤੇ ਰੇਟ ਜਿਹੜਾ ਹੈ ਉਹ ਵੀ ਜ਼ਿਆਦਾ ਮਿਲੇ। ਮਤਲਬ ਇੱਕ ਬੰਦਾ ਜਿਹੜਾ ਹੈ ਜੀ ਵੈਸਟਰਨ ਯੂਨੀਅਨ ਦੇ ਥਰੂ ਜਿਹੜਾ ਹੈ ਜੀ ਪੇਮੈਂਟ ਭੇਜਦਾ ਹੈ, ਜਾਂ ਮਨੀਗ੍ਰਾਮ ਦੇ ਥਰੂ, ਜਾਂ ਹੋਰ ਵੀ ਕਿਸੇ ਤਰੀਕੇ ਦੇ ਨਾਲ। ਅਤੇ ਉਹ ਜਿਹੜਾ ਉੱਥੇ ਦੀ ਜਿਹੜੀ ਕੋਈ ਨਾ ਕੋਈ ਏਜੰਸੀ ਜਾਂ ਸ਼ੋਪ ਹੁੰਦੀ ਹੈ ਇੰਡੀਆ ਦੇ ਵਿੱਚ, ਕੋਈ ਮਨੀਗ੍ਰਾਮ ਜਾਂ ਵੈਸਟਰਨ ਯੂਨੀਅਨ ਦੀ, ਉੱਥੇ ਜਾ ਕੇ ਜਦੋਂ ਕੈਸ਼ ਦੇ ਵਿੱਚ ਪੈਸੇ ਲੈਂਦਾ ਹੈ, ਦੂਜਾ ਬੰਦਾ ਜਿਹੜਾ ਹੈ ਉਹ ਸਿੱਧਾ ਆਪਣੇ ਦੂਜੇ ਤਰੀਕੇ ਦੇ ਨਾਲ ਪੈਸੇ ਭੇਜਦਾ ਹੈ ਅਤੇ ਉਸ ਬੰਦੇ ਦਾ ਜਿਹੜਾ ਕੋਈ ਵੀ ਪੈਸਾ ਨਹੀਂ ਲੱਗਦਾ। ਉਹ ਪੈਸਾ ਕਿਉਂ ਨਹੀਂ ਲੱਗਦਾ, ਇਹਦੇ ਬਾਰੇ ਵੀ ਤੁਹਾਨੂੰ ਇਸ ਵੀਡੀਓ ਵਿੱਚ ਹੀ ਦੱਸਾਂਗੇ ਕਿ ਤੁਸੀਂ ਜਿਹੜੇ ਬਿਲਕੁਲ ਫ੍ਰੀ ਦੇ ਵਿੱਚ ਪੈਸੇ ਇੰਡੀਆ ਕਿੱਦਾਂ ਭੇਜ ਸਕਦੇ ਹੋ ਬਿਨਾਂ ਜ਼ੀਰੋ ਕਮਿਸ਼ਨ ਦੇ ਉੱਤੇ। ਹੁਣ ਤੁਸੀਂ ਕਈਆਂ ਦਿਨਾਂ ਤੋਂ ਮੌਂਕੀ ਪੌਕਸ ਦੇ ਬਾਰੇ ਸੁਣ ਰਹੇ ਹੋ। ਬਹੁਤੇ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੀ ਇਹ ਕੋਈ ਖਾਸ ਬਿਮਾਰੀ ਨਹੀਂ ਹੈ, ਨਾਰਮਲ ਹੈ। ਅਤੇ ਇਸ ਤੋਂ ਇਲਾਵਾ WHO ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਥੋੜ੍ਹਾ ਸਮਾਂ ਪਹਿਲਾਂ ਹੀ। ਉਸਨੇ ਕਿਹਾ ਸੀ ਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਪਰੰਤੂ ਹੁਣ ਇਹਦੇ ਵਿੱਚ ਇੱਕ ਜਿਹੜਾ ਨਵਾਂ ਮੋੜ ਆਇਆ ਹੈ, ਹੋਇਆ ਇਸ ਤਰ੍ਹਾਂ ਹੈ ਕਿ ਨਾਈਜੀਰੀਆ ਦੇ ਵਿੱਚ ਮੌਂਕੀ ਪੌਕਸ ਦੇ ਨਾਲ ਤਕਰੀਬਨ ਇੱਕ ਜਿਹੜਾ ਮਾਮਲਾ ਜਿਹੜਾ ਹੈ ਜੀ ਇਹਦੀ ਪੁਸ਼ਟੀ ਕੀਤੀ ਗਈ ਹੈ। ਇਹਦੇ ਵਿੱਚ ਇੱਕ ਮਰੀਜ਼ ਦੀ ਪਹਿਲੀ ਵਾਰ ਜਿਹੜੀ ਮੌਤ ਹੋਈ ਹੈ। ਮੌਤ ਦਾ ਜਿਹੜਾ ਕਾਰਨ ਹੈ ਜੀ ਮੌਂਕੀ ਪੌਕਸ ਹੀ ਬਣਿਆ ਹੈ। ਜਿਸ ਦੀ ਮੌਤ ਹੋਈ ਹੈ ਉਸ ਮਰੀਜ਼ ਦੀ ਜਿਹੜੀ ਉਮਰ ਹੈ ਜੀ 40 ਸਾਲ ਦੱਸੀ ਜਾਂਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜਿਸ ਬੰਦੇ ਦੀ ਡੈਥ ਹੋਈ ਹੈ ਇਸ ਨੂੰ ਜਿਹੜਾ ਕਿ ਇਸ ਦਾ ਇਮਿਊਨ ਸਿਸਟਮ ਕਮਜ਼ੋਰ ਸੀ ਅਤੇ ਹੋਰ ਵੀ ਇਹ ਕਈ ਬਿਮਾਰੀਆਂ ਦੇ ਨਾਲ ਜਿਹੜਾ ਬੰਦਾ ਗ੍ਰਸਤ ਸੀ। ਬਾਕੀ ਇੱਥੇ ਦੱਸ ਦਈਏ ਕਿ ਜਿਹੜੀ ਬਿਮਾਰੀ ਹੈ ਇਸ ਟਾਈਮ 23 ਦੇਸ਼ਾਂ ਦੇ ਵਿੱਚ ਫੈਲ ਚੁੱਕੀ ਹੈ ਅਤੇ 257 ਜਿਹੜੇ ਮਾਮਲੇ ਇਸ ਬਿਮਾਰੀ ਦੇ ਆ ਚੁੱਕੇ ਹਨ। ਇਸ ਤੋਂ ਇਲਾਵਾ ਯੂਰਪ ਔਰ ਅਮਰੀਕਾ ਦੇ ਵਿੱਚ ਵੀ ਜਿਹੜੇ ਮਾਮਲੇ ਵੱਧਦੇ ਜਾ ਰਹੇ ਨੇ ਹੌਲੀ ਹੌਲੀ ਕਰਕੇ। ਹਾਂਜੀ, ਚੱਲਦੇ ਹਾਂ ਜੀ ਆਪਣੇ ਅਗਲੇ ਅਪਡੇਟ ਦੇ ਉੱਤੇ। ਅਗਲਾ ਅਪਡੇਟ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਯੂਕਰੇਨ ਔਰ ਰੂਸ ਦਾ ਜਿਹੜਾ ਆਪਸ ਦੇ ਵਿੱਚ ਉਲਝਾਅ ਚੱਲ ਰਿਹਾ ਹੈ, ਇਹਦੀ ਵਜ੍ਹਾ ਦੇ ਨਾਲ ਰੂਸ ਦੇ ਉੱਤੇ ਬਹੁਤ ਸਾਰੇ ਸੈਂਕਸ਼ਨ ਲੱਗੇ ਸਨ, ਜਿਨ੍ਹਾਂ ਦੇ ਵਿੱਚ ਅਮਰੀਕਾ ਔਰ ਜਿਹੜੇ ਪੱਛਮੀ ਦੇਸ਼, ਖਾਸ ਕਰ ਜਿਹੜਾ ਯੂਰਪ ਹੈ ਜੀ, ਇਹਨਾਂ ਦਾ ਹੱਥ ਹੈ। ਹੁਣ ਜਦੋਂ ਸੈਂਕਸ਼ਨ ਵਗੈਰਾ ਰੂਸ ਦੇ ਉੱਤੇ ਲੱਗੇ ਤਾਂ ਕੀ ਹੋਇਆ ਕਿ ਕੁਝ ਦੇਸ਼, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, UK ਅਤੇ ਕੈਨੇਡਾ ਸਮੇਤ ਹੋਰ ਵੀ ਬਹੁਤ ਸਾਰੇ ਜਿਹੜੇ ਯੂਰਪੀ ਦੇਸ਼ ਸਨ, ਜਿਨ੍ਹਾਂ ਨੇ ਕੀ ਕੀਤਾ ਕਿ ਰੂਸ ਤੋਂ ਕੱਚੇ ਤੇਲ ਤੋਂ ਜਿਹੜਾ ਇੰਪੋਰਟ ਸੀ ਉਹਦੇ ਉੱਤੇ ਇਹਨਾਂ ਨੇ ਬੈਨ ਲਾ ਦਿੱਤਾ। ਅਤੇ ਕੁਝ ਇਹੋ ਜਿਹੇ ਦੇਸ਼ ਵੀ ਸਨ ਜਿਨ੍ਹਾਂ ਨੂੰ ਰੂਸ ਨੇ ਹੀ ਤੇਲ ਦੇਣਾ ਬੰਦ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੇਸ਼ਾਂ ਨੇ ਜਿਹੜੀ ਰੂਸ ਦੀ ਸ਼ਰਤ ਪੂਰੀ ਨਹੀਂ ਕੀਤੀ। ਜਿਹੜੇ ਸੈਂਕਸ਼ਨ ਵਗੈਰਾ ਜ਼ਿਆਦਾ ਲੱਗਣ ਦੀ ਵਜ੍ਹਾ ਦੇ ਨਾਲ ਫਿਰ ਜਿਹੜਾ ਰੂਸ ਨੇ ਇਸ ਦਾ ਜਿਹੜਾ ਮੁਕਾਬਲਾ ਕਰਨ ਦੇ ਵਾਸਤੇ ਕੀ ਕੀਤਾ, ਉਸਨੇ ਕੀ ਕੀਤਾ ਕਿ ਜਿਹੜੀ ਉਸਦੀ ਗੈਸ ਅਤੇ ਪੈਟਰੋਲ ਸੀ, ਤੇਲ ਸੀ, ਉਸਨੂੰ ਸਸਤੇ ਰੇਟ ਦੇ ਉੱਤੇ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਸਸਤੇ ਰੇਟ ਦੇ ਉੱਤੇ ਵੇਚਣਾ ਸ਼ੁਰੂ ਕੀਤਾ ਤਾਂ ਜਿਹੜੇ ਦੇਸ਼ਾਂ ਨੇ ਇਸ ਦੇ ਉੱਤੇ ਬੈਨ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਦੇਸ਼ਾਂ ਨੂੰ ਵੀ ਇੱਕ ਵਾਰ ਸੋਚਣਾ ਪਿਆ। ਹੁਣ ਸਭ ਤੋਂ ਜ਼ਿਆਦਾ ਜਿਹੜਾ ਤੇਲ ਹੈ ਜੀ ਇਸ ਟਾਈਮ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਵੱਡੇ ਖਰੀਦਦਾਰ ਹਨ, ਜਿਹੜੇ ਕਿ ਰੂਸ ਤੋਂ ਜ਼ਿਆਦਾ ਮਾਤਰਾ ਵਿੱਚ ਤੇਲ ਖਰੀਦਦੇ, ਉਹਨਾਂ ਦੇ ਵਿੱਚ ਇੱਕ ਤਾਂ ਇੰਡੀਆ ਦਾ ਨੰਬਰ ਜਿਹੜਾ ਆਉਂਦਾ ਹੈ। ਸਭ ਤੋਂ ਮੇਨ ਜਿਹੜਾ ਇਸ ਟਾਈਮ ਇੰਡੀਆ ਦਾ ਨੰਬਰ ਹੀ ਆ ਰਿਹਾ ਹੈ। ਅਤੇ ਇਸ ਤੋਂ ਇਲਾਵਾ ਦੂਸਰਾ ਦੇਸ਼ ਇਟਲੀ ਵੀ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਜਿਹੜਾ ਰੂਸ ਦੇ ਕੋਲੋਂ ਤੇਲ ਜਿਹੜਾ ਇਸ ਟਾਈਮ ਖਰੀਦ ਰਿਹਾ ਹੈ। ਬਾਕੀ ਕੰਪਨੀ ਹੈ ਜੀ ਲੁਕਓਇਲ, ਜਿਹੜੀ ਕਿ ਇਟਲੀ ਦੇ ਵਿੱਚ ਹੈ। ਇਹ ਕੰਪਨੀ ਦੇ ਥਰੂ ਜਿਹੜਾ ਤੇਲ ਖਰੀਦਿਆ ਜਾ ਰਿਹਾ। ਲੁਕਓਇਲ ਜਿਹੜੀ ਹੈ ਜੀ ਇਟਲੀ ਦੀ ਇੱਕ ਵੱਡੀ ਰਿਫਾਈਨਰੀ ਹੈ ਅਤੇ ਇਟਲੀ ਦੀ ਜਿਹੜੀ ਸਰਕਾਰ ਹੈ ਹੁਣ ਇਹ ਚਾਹੁੰਦੀ ਹੈ ਕਿ ਜਿਹੜਾ ਇਸ ਕੰਪਨੀ ਦਾ ਜਿਹੜਾ ਨੈਸ਼ਨਲੀਕਰਨ ਕਰ ਦਿੱਤਾ ਜਾਵੇ, ਮਤਲਬ ਰਾਸ਼ਟਰੀਕਰਨ ਜਿਹੜਾ ਹੈ ਜੀ, ਮਤਲਬ ਇਸ ਨੂੰ ਜਿਹੜਾ ਸਰਕਾਰੀ ਸੰਪਤੀ ਬਣਾ ਦਿੱਤਾ ਜਾਵੇ ਇਸ ਕੰਪਨੀ ਨੂੰ। ਅਤੇ ਇੱਕ ਦੇਸ਼ ਹੈ ਜੀ ਫਰਾਂਸ, ਇਹ ਵੀ ਬਹੁਤ ਭਾਰੀ ਮਾਤਰਾ ਦੇ ਵਿੱਚ ਤੇਲ ਖਰੀਦ ਰਿਹਾ। ਅਤੇ ਅੱਗੇ ਹੈ ਜੀ ਜਰਮਨ ਨੇ ਵੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਖਰੀਦਦਾਰੀ ਜਿਹੜੀ ਸ਼ੁਰੂ ਕਰ ਦਿੱਤੀ ਹੈ। ਹੰਗਰੀ ਵੀ ਇਸ ਰਸਤੇ ਉੱਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ 2 ਹੋਰ ਦੇਸ਼ ਹਨ, 2-3, ਇੱਕ ਬੁਲਗਾਰੀਆ ਹੈ, ਤੀਸਰਾ ਹੈ ਚੀਨ ਅਤੇ ਇੱਕ ਦੇਸ਼ ਹੋਰ ਹੈ ਜੀ ਇੰਡੋਨੇਸ਼ੀਆ। ਇਹਨਾਂ ਦੇਸ਼ਾਂ ਨੇ ਜਿਹੜੇ ਬੈਨ ਵਗੈਰਾ ਲੱਗੇ ਹਨ, ਜਾਂ ਜਿਹੜੇ ਪੱਛਮੀ ਦੇਸ਼ਾਂ ਨੇ ਇਹਨਾਂ ਦੇ ਜਿਹੜੇ ਸੈਂਕਸ਼ਨ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਰੂਸ ਦੇ ਕੋਲੋਂ ਜਿਹੜਾ ਤੇਲ ਪਹਿਲਾਂ ਨਾਲੋਂ ਵੀ ਜ਼ਿਆਦਾ ਖਰੀਦਣਾ ਸ਼ੁਰੂ ਕਰ ਦਿੱਤਾ। ਸੋ ਤੁਸੀਂ ਆਪੇ ਦੇਖ ਸਕਦੇ ਹੋ ਕਿ ਇਟਲੀ, ਜਰਮਨ, ਫਰਾਂਸ ਵੀ ਜਿਹੜੇ ਹਨ ਜੀ ਰੂਸ ਦੇ ਕੋਲੋਂ ਇਸ ਟਾਈਮ ਤੇਲ ਖਰੀਦ ਰਹੇ ਹਨ। ਰੂਸ ਦੇ ਵਾਸਤੇ ਇੱਕ ਗੁੱਡ ਨਿਊਜ਼ ਹੈ। ਦੂਸਰੇ ਪਾਸੇ ਜਿਹੜਾ ਅਮਰੀਕਾ ਹੈ ਜੀ ਉਸਨੇ ਵੀ ਇੱਕ ਸਮਝਦਾਰੀ ਵਾਲਾ ਜਿਹੜਾ ਕਦਮ ਚੁੱਕਿਆ ਹੈ। ਅਮਰੀਕਾ ਨੇ ਜਿਹੜਾ ਯੂਕਰੇਨ ਨੂੰ ਜਿਹੜੇ ਵੱਡੇ ਲੌਂਗ ਰੇਂਜ ਵਾਲੇ ਹਥਿਆਰ ਦੇਣ ਤੋਂ ਮਨਾ ਕਰ ਦਿੱਤਾ ਹੈ, ਕਿਉਂਕਿ ਅਗਰ ਉਹ ਲੌਂਗ ਰੇਂਜ ਵਾਲੀਆਂ ਜਿਹੜੀਆਂ ਮਿਜ਼ਾਈਲਸ ਵਗੈਰਾ ਯੂਕਰੇਨ ਨੂੰ ਦਿੰਦਾ ਹੈ ਤਾਂ ਜਿਹੜਾ ਜ਼ੇਲੈਂਸਕੀ ਹੈ ਜੀ, ਤੁਹਾਨੂੰ ਪਤਾ ਹੈ ਕਿ ਜ਼ੇਲੈਂਸਕੀ ਦਾ
ਉਹਨਾਂ ਨੇ ਕਰਨਾ ਕੀ ਹੈ, ਉਹਨਾਂ ਨੇ ਜਿਹੜੀਆਂ ਉਹੀ ਮਿਜ਼ਾਈਲਾਂ ਰੂਸ ਦੇ ਅੰਦਰ ਜਾ ਕੇ ਸਿੱਟਣੀਆਂ ਹਨ ਅਤੇ ਇਸ ਤੋਂ ਬਾਅਦ ਜਿਹੜਾ ਰੂਸ ਹੈ ਹੋਰ ਜ਼ਿਆਦਾ ਅੱਗ ਬਬਲਾ ਹੋਏਗਾ ਅਤੇ ਜਿਹੜਾ ਇਸ ਦਾ ਯੁੱਧ ਹੈ ਜੀ ਹੋਰ ਜ਼ਿਆਦਾ ਤੀਵਰ ਹੋ ਸਕਦਾ ਹੈ। ਸੋ ਇਸ ਵਾਰ ਜਿਹੜਾ ਅਮਰੀਕਾ ਨੇ ਇੱਕ ਵਧੀਆ ਕੰਮ ਕੀਤਾ ਹੈ, ਉਸਨੇ ਜਿਹੜੀਆਂ ਲੰਬੀ ਰੇਂਜ ਵਾਲੀਆਂ ਜਿਹੜੀਆਂ ਮਿਜ਼ਾਈਲਾਂ ਹਨ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਛੋਟੇ ਮੋਟੇ ਰੋਕਟ ਲਾਂਚਰ ਚਲੋ ਠੀਕ ਹੈ ਕਿ ਜੇ ਕੋਈ ਜਹਾਜ਼ ਉੱਥੇ ਆਉਂਦਾ ਹੈ ਯੂਕਰੇਨ ਦੇ ਵਿੱਚ ਤਾਂ ਉਸ ਨੂੰ ਸਿੱਟਣ ਦੇ ਵਾਸਤੇ ਆਰਟਲਰੀ ਜਾਂ ਕੋਈ ਛੋਟੇ ਜਹਾਜ਼ ਨੂੰ ਸਿੱਟਣ ਵਾਸਤੇ ਜਿਹੜੇ ਰੋਕਟ ਲਾਂਚਰ ਛੋਟੇ ਹੁੰਦੇ ਹਨ ਉਹਨਾਂ ਨੂੰ ਠੀਕ ਹੈ ਜੀ ਉਹ ਕਹਿੰਦੇ ਸਪਲਾਈ ਅਸੀਂ ਕਰਾਂਗੇ, ਪਰੰਤੂ ਲੰਬੀ ਰੇਂਜ ਵਾਲੀਆਂ ਜਿਹੜੀਆਂ ਮਿਜ਼ਾਈਲਾਂ ਨਹੀਂ ਭੇਜਾਂਗੇ। ਹੁਣ ਚੱਲਦੇ ਹਾਂ ਜੀ ਆਪਣੀ ਜਿਹੜੀ ਖਬਰ ਆਪਾਂ ਵੈਸਟਰਨ ਯੂਨੀਅਨ ਦੀ ਦੱਸੀ ਸੀ ਕਿ ਤੁਸੀਂ ਜਿਹੜਾ ਫ੍ਰੀ ਦੇ ਵਿੱਚ ਇੰਡੀਆ ਪੈਸਾ ਕਿਵੇਂ ਭੇਜ ਸਕਦੇ ਹੋ ਅਤੇ ਇਸ ਦੇ ਵਾਸਤੇ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਜਿਹੜਾ ਹੈ ਜੀ ਆਪਣੇ ਫ਼ੋਨ ਦੇ ਵਿੱਚ ਵੈਸਟਰਨ ਯੂਨੀਅਨ ਨੂੰ ਇੰਸਟਾਲ ਕਰਨਾ ਹੈ, ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਇਹੋ ਜਿਹੀਆਂ ਸਕੀਮਾਂ ਹੀ ਦੱਸੀਆਂ ਜਾਂਦੀਆਂ ਨੇ ਬਹੁਤੀਆਂ, ਖਾਸ ਕਰਕੇ ਜਿਹਦੇ ਨਾਲ ਤੁਹਾਡਾ ਕੁਝ ਨਾ ਕੁਝ ਜਿਹੜਾ ਫਾਇਦਾ ਹੋਵੇ ਜਾਂ ਕੋਈ ਬੱਚਤ ਹੋਵੇ। ਤੁਸੀਂ ਜਿਹੜੀ ਇੰਸਟਾਲ ਕਰਕੇ ਜਿਹੜੀ ਐਪ ਆਪਣੇ ਫ਼ੋਨ ਦੇ ਵਿੱਚ ਭਰ ਕੇ ਉਸ ਤੋਂ ਬਾਅਦ ਕੀ ਕਰਨਾ ਕਿ ਕੈਸ਼ ਪੇਮੈਂਟ ਦੀ ਜਗ੍ਹਾ ਦੇ ਉੱਤੇ ਤੁਸੀਂ ਜਿਹੜੀ ਪੇਮੈਂਟ ਹੈ ਜੀ ਬੈਂਕ ਦੇ ਥਰੂ ਕਰਨੀ ਹੈ। ਤੁਸੀਂ ਜਿਹੜੀ ਬੈਂਕ ਅਕਾਊਂਟ ਦੇ ਵਿੱਚ ਜਿਹੜੀ ਸਿੱਧੀ ਆਪਣੇ ਅਕਾਊਂਟ ਦੇ ਵਿੱਚ ਪੇਮੈਂਟ ਕਰਨੀ ਹੈ ਆਪਣੀ ਐਪਲੀਕੇਸ਼ਨ ਤੋਂ, ਆਪਣੇ ਫ਼ੋਨ ਤੋਂ। ਜਦੋਂ ਤੁਹਾਡੀ ਬੈਂਕ ਦੇ ਵਿੱਚ ਜਿਹੜੀ ਪੇਮੈਂਟ ਜਾਏਗੀ ਤਾਂ ਉਸ ਟਾਈਮ ਜਿਹੜਾ ਰੇਟ ਹੈ ਜੀ ਤੁਹਾਡਾ ਉਹ ਜਿੱਦਾਂ ਕਿ ਸਪੋਜ਼ ਕਰੋ ਕਿ ਅੱਜ ਦਾ ਰੇਟ 83 ਯੂਰੋ ਚੱਲ ਰਿਹਾ ਹੈ, 83 ਰੁਪਏ 1 ਯੂਰੋ ਦਾ ਰੇਟ ਚੱਲ ਰਿਹਾ ਹੈ। ਜੇ ਤੁਸੀਂ ਵੈਸਟਰਨ ਯੂਨੀਅਨ ਦੇ ਥਰੂ ਮਤਲਬ ਕੈਸ਼ ਪੇਮੈਂਟ ਕਰਦੇ ਹੋ ਤਾਂ ਜਿਹੜਾ ਰੇਟ ਤੁਹਾਨੂੰ ਕਈ ਵਾਰ 81 ਰੁਪਏ ਮਿਲਦਾ ਹੈ। ਜੇ ਤੁਸੀਂ ਸਿੱਧਾ ਆਪਣੇ ਅਕਾਊਂਟ ਦੇ ਵਿੱਚ ਪੈਸੇ ਭੇਜਦੇ ਹੋ ਤਾਂ ਜਿਹੜਾ ਰੇਟ ਹੈ ਜੀ ਤੁਹਾਨੂੰ ਪੂਰੇ ਦਾ ਪੂਰਾ ਰੇਟ ਲੱਗੇਗਾ, 83 ਰੁਪਏ ਹੀ ਰੇਟ ਲੱਗੇਗਾ ਅਤੇ ਜਿਹੜਾ ਕਮਿਸ਼ਨ ਹੋਏਗਾ ਉਹ 0 ਹੋਏਗਾ। ਸੋ ਇਸ ਤਰੀਕੇ ਨਾਲ ਤੁਸੀਂ ਬਿਨਾਂ ਕੋਈ ਪੈਸਾ ਖਰਚ ਕੀਤੇ 0 ਕਮਿਸ਼ਨ ਦੇ ਉੱਤੇ ਪੈਸੇ ਇੰਡੀਆ ਦੇ ਵਿੱਚ ਭੇਜ ਸਕਦੇ ਹੋ। ਬਾਕੀ ਫਿਨਲੈਂਡ ਅਤੇ ਸਵੀਡਨ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਜਿਹੜਾ ਨਾਟੋ ਦੇ ਵਾਸਤੇ ਅਪਲਾਈ ਕਰ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਡੈਨਮਾਰਕ ਜਿਹੜਾ ਹੈ ਜੀ ਇਹਦੇ ਵਿੱਚ ਵੀ ਇੱਕ ਇਹਨਾਂ ਨੇ ਨਵਾਂ ਜਿਹੜਾ ਫਸਾਦ ਸ਼ੁਰੂ ਕਰ ਦਿੱਤਾ ਹੈ। ਡੈਨਮਾਰਕ ਤਕਰੀਬਨ ਤੁਹਾਨੂੰ ਇਹ ਦੱਸ ਦਈਏ ਕਿ 3 ਦਸ਼ਕ ਪੁਰਾਣਾ ਇੱਕ ਫੈਸਲਾ ਹੈ ਕਿ ਇਹ ਕਿਸੇ ਵੀ ਦੇਸ਼ ਦਾ ਜਿਹੜਾ ਹੈ ਜੀ ਗਰੁੱਪ ਦਾ ਹਿੱਸਾ ਨਹੀਂ ਬਣਨਗੇ। ਹੁਣ ਇਹ ਆਪਣੇ ਦੇਸ਼ ਦੇ ਵਿੱਚ ਜਿੱਦਾਂ ਕਿ ਇੱਕ ਬੁੱਧਵਾਰ ਨੂੰ ਇੱਕ ਰੈਫਰੈਂਡਮ ਜਾਂ ਆਪਾਂ ਕਹਿ ਸਕਦੇ ਹਾਂ ਕਿ ਵੋਟਾਂ ਵਗੈਰਾ ਪਾਉਣਗੇ, ਆਪਣੇ ਜਿਹੜੇ ਦੇਸ਼ ਦੇ ਨਾਗਰਿਕ ਹੋਣਗੇ ਉਹਨਾਂ ਤੋਂ ਪੁੱਛਿਆ ਜਾਏਗਾ ਕਿ ਜਿਹੜਾ ਨਾਟੋ ਦੇ ਵਿੱਚ ਐਂਟਰੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਹਾਂਜੀ, ਆਪਣਾ ਨੈਕਸਟ ਅਪਡੇਟ ਜਿਹੜਾ ਹੈ ਜੀ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ, ਬਹੁਤ ਹੀ ਸਪੈਸ਼ਲ ਖਬਰ ਹੈ। ਜੇ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਜਾਂ ਯੂਰਪ ਦੇ ਕਿਸੇ ਹੋਰ ਦੇਸ਼ ਦੇ ਵਿੱਚ ਵੀ ਰਹਿੰਦੇ ਹੋ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇੱਕ ਜਿਹੜਾ ਹੈ ਜੀ ਬਹੁਤ ਵੱਡੇ ਪੱਧਰ 'ਤੇ ਇੱਕ ਗੱਲਬਾਤ ਚੱਲੀ ਹੈ ਇਟਲੀ ਦੇ ਵਿੱਚ, ਜਿੱਦਾਂ ਕਿ ਇਟਲੀ ਦੇ ਵਿੱਚ ਤਨਖਾਹਾਂ ਵਗੈਰਾ ਜਿਹੜੀਆਂ ਨਹੀਂ ਵੱਧ ਰਹੀਆਂ। ਜਿਹੜੇ ਲੋਕ ਇਟਲੀ ਦੇ ਵਿੱਚ ਤਕਰੀਬਨ ਪਿਛਲੇ 30 ਸਾਲ ਤੋਂ 1990 ਤੋਂ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਪਤਾ ਹੋਏਗਾ ਕਿ ਪਹਿਲਾਂ ਜਿਹੜਾ ਇੱਥੇ ਕੀ ਰੇਟ ਵਗੈਰਾ ਚੱਲਦਾ ਸੀ। ਹੁਣ ਜਿਹੜੀ ਸਰਕਾਰੀ ਮੰਤਰੀ ਹਨ ਜੀ ਜਿੱਦਾਂ ਕਿ ਮਿਨਿਸਟਰ ਆਫ ਇਨੋਵੇਸ਼ਨ ਜਿਨ੍ਹਾਂ ਦਾ ਨਾਮ ਹੈ ਜੀ ਵਿਤੋਰੀਓ ਕੋਲਾਓ, ਇਹਨਾਂ ਨੇ ਇੱਕ ਜਿਹੜਾ ਜਿੱਦਾਂ ਕਿ ਜਿਹੜੇ ਦੀਤੇ ਵਗੈਰਾ ਹੁੰਦੇ ਹਨ ਇਹਨਾਂ ਨੂੰ ਐਡਰੈਸ ਕਰਕੇ ਇੱਕ ਜਿਹੜੀ ਸਪੀਚ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੋਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੱਖੋ ਅਤੇ ਜਿਹੜਾ ਪੈਸਾ ਹੈ ਜੀ ਉਹ ਵੀ ਜ਼ਿਆਦਾ ਦੇਵੋ। ਮਤਲਬ ਜਿਹੜੇ ਰੀਤੇ ਜਾਂ ਫੈਕਟਰੀਜ਼ ਵਗੈਰਾ ਹਨ ਇਟਲੀ ਦੇ ਵਿੱਚ ਉਹਨਾਂ ਨੂੰ ਸਿੱਧੇ ਤੌਰ 'ਤੇ ਇਹ ਗੱਲ ਕਹੀ ਗਈ ਹੈ। ਬਾਕੀ ਇੱਥੇ ਦੱਸੀਏ ਕਿ ਕੋਈ ਕਾਨੂੰਨ ਨਹੀਂ ਬਣਿਆ, ਬਿਲਕੁਲ ਨੋਰਮਲ ਤਰੀਕੇ ਦੇ ਨਾਲ ਗੱਲ ਜਿਹੜੀ ਉਹਨਾਂ ਨੂੰ ਕਹੀ ਗਈ ਹੈ। ਉਹਨਾਂ ਨੇ ਇੱਕ ਜਿਹੜਾ ਡਾਟਾ ਹੈ ਜੀ ਉਹ ਪ੍ਰਕਾਸ਼ਿਤ ਕੀਤਾ ਹੈ 30 ਸਾਲ ਦਾ ਸੈਲਰੀ ਵਗੈਰਾ ਦਾ, ਜਿਹੜੀ ਐਵਰੇਜ ਸੈਲਰੀ ਹੈ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਇਟਲੀ ਦੇ ਵਿੱਚ 1990 ਤੋਂ ਲੈ ਕੇ 2020 ਤੱਕ ਜਿਹੜਾ 2.9% ਜਿਹੜੀ ਸੈਲਰੀ ਵਧੀ ਹੈ। ਮਤਲਬ ਜੇ ਕਿਸੇ ਦੀ ਸੈਲਰੀ ਪਹਿਲਾਂ 100 ਯੂਰੋ ਸੀ ਅਤੇ ਉਸ ਤੋਂ ਬਾਅਦ 2 ਯੂਰੋ ਅਤੇ 90 ਸੈਂਟ ਵੱਧ ਕੇ 102 ਯੂਰੋ ਅਤੇ 90 ਸੈਂਟ ਸੈਲਰੀ ਹੀ ਹੋਈ ਹੈ 30 ਸਾਲਾਂ ਦੇ ਵਿੱਚ। ਜੇ ਆਪਾਂ ਸਪੇਨ ਦੀ ਗੱਲ ਕਰੀਏ ਤਾਂ ਸਪੇਨ ਦੇ ਵਿੱਚ 6.2% ਜਿਹੜੀ बढ़ोतरी ਹੋਈ ਹੈ ਲਾਸਟ 30 ਸਾਲਾਂ ਦੇ ਵਿੱਚ। ਨੀਦਰਲੈਂਡ ਦੇ ਵਿੱਚ 15.5% ਜਿਹੜੀ ਸੈਲਰੀ ਵਧੀ ਹੈ ਜੀ 30 ਸਾਲਾਂ ਦੇ ਵਿੱਚ। ਫਰਾਂਸ ਦੇ ਵਿੱਚ 31.1% ਸੈਲਰੀ ਵਧੀ ਹੈ। ਹੁਣ ਤੁਹਾਨੂੰ ਇੱਥੇ ਲੱਗੇਗਾ ਕਿ ਲੋਕ ਫਰਾਂਸ ਵਾਲੇ ਪਾਸੇ ਇਟਲੀ ਤੋਂ ਧੜਾ ਧੜ ਕਿਉਂ ਜਾ ਰਹੇ ਹਨ। ਇੱਕ ਤਾਂ ਜਿਨ੍ਹਾਂ ਲੋਕਾਂ ਨੂੰ ਬਿਜਲੀ ਵਗੈਰਾ ਦਾ ਕੰਮ ਆਉਂਦਾ, ਦੂਜੇ ਨੰਬਰ 'ਤੇ ਲੋਕ ਜਿਹੜੇ ਫਰਾਂਸ ਵਾਲੇ ਪਾਸੇ ਕਿਉਂ ਜ਼ਿਆਦਾ ਜਾ ਰਹੇ ਹਨ। ਇਹੀ ਕਾਰਨ ਹੈ ਕਿ ਫਰਾਂਸ ਦੇ ਵਿੱਚ ਜਿਹੜੀ ਸੈਲਰੀ ਇਟਲੀ ਤੋਂ ਜ਼ਿਆਦਾ ਹੈ। ਅਤੇ ਉਸ ਤੋਂ ਵੱਡੀ ਚੀਜ਼ ਇੱਕ ਹੋਰ ਹੈ ਜੀ, ਜਰਮਨ 33.7% ਜਿਹੜੀ ਸੈਲਰੀ 30 ਸਾਲਾਂ ਦੇ ਵਿੱਚ ਵਧੀ ਹੈ, ਜਦੋਂ ਕਿ ਇਟਲੀ ਦੇ ਵਿੱਚ 2.9% ਹੀ ਵਧੀ ਹੈ। ਹੁਣ ਤੁਸੀਂ ਜਿਹੜਾ ਫਰਕ ਹੈ ਜੀ ਆਪਣੇ ਆਪ ਦੇਖ ਸਕਦੇ ਹੋ। ਹੁਣ ਜੇ ਆਪਾਂ ਇੱਕ ਐਵਰੇਜ ਇਟਲੀ ਦੇ ਵਿੱਚ ਦੇਖੀਏ ਕਿ ਇੱਕ ਜਿਹੜਾ ਵਰਕਰ ਹੈ ਜੀ ਨੋਰਮਲ ਵਰਕਰ ਇਹ ਕਿੰਨਾ ਕਮਾਉਂਦਾ, ਇਹਦੇ ਵਿੱਚ ਆਪਾਂ ਇਹ ਨਹੀਂ ਗੱਲ ਕਰ ਰਹੇ ਕਿ ਫੈਕਟਰੀ ਵਾਲਾ ਬੰਦਾ ਹੈ ਜਾਂ ਕਿ ਖੇਤੀ ਦਾ ਬੰਦਾ। ਇੱਕ ਐਵਰੇਜ ਜਿਹੜੀ ਕੱਢੀ ਗਈ ਹੈ ਪੂਰੀ ਇਟਲੀ ਦੇ ਵਾਸਤੇ ਦੱਸਿਆ ਗਿਆ ਹੈ ਕਿ 22,339 ਯੂਰੋ ਜਿਹੜਾ ਇੱਕ ਐਵਰੇਜ ਇਟਲੀ ਦੇ ਵਿੱਚ ਬੰਦਾ ਕਮਾਉਂਦਾ ਹੈ ਐਵਰੇਜ। ਅਤੇ ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਇਸ ਦੀ ਜਿਹੜੀ ਤੁਲਨਾ ਹੈ ਜੀ ਫਰਾਂਸ ਦੇ ਨਾਲ ਕੀਤੀ, ਫਰਾਂਸ ਵਿੱਚ 24,908 ਯੂਰੋ ਦੀ ਐਵਰੇਜ ਹੈ ਅਤੇ ਇਸ ਦੇ ਅਗੇਂਸਟ ਜਿਹੜਾ ਜਰਮਨ ਹੈ ਜੀ ਇਹਦੇ ਵਿੱਚ ਤਕਰੀਬਨ 29,776 ਯੂਰੋ ਜਿਹੜੀ ਐਵਰੇਜ ਬਣਦੀ ਹੈ। ਮਤਲਬ ਤੁਸੀਂ ਦੇਖ ਸਕਦੇ ਹੋ ਕਿ 7,500 ਯੂਰੋ ਜਿਹੜਾ ਜ਼ਿਆਦਾ ਪ੍ਰਤੀ ਸਾਲ ਬੰਦਾ ਜਰਮਨ ਦੇ ਵਿੱਚ ਕਮਾਉਂਦਾ ਹੈ ਇਟਲੀ ਦੇ ਨਾਲੋਂ।
ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਕਿ ਇਟਲੀ ਦੇ ਵਿੱਚ ਜਿਹੜੀਆਂ ਵਧੀਆਂ ਤਨਖਾਹਾਂ ਹਨ, ਟੋਟਲ ਤਕਰੀਬਨ 2.9% ਹੀ ਹਨ ਲਾਸਟ 30 ਸਾਲਾਂ ਦੇ ਵਿੱਚ। ਬਾਕੀ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਜਿਹੜਾ ਦੱਸਿਆ ਗਿਆ ਕਿ ਭੁੱਖਮਰੀ ਜਿਹੜੀ ਵੱਧ ਸਕਦੀ ਹੈ, ਕਣਕ ਦੀ ਜਿਹੜੀ ਉਪਜ ਹੈ ਜੀ ਉਹ ਘੱਟ ਸਕਦੀ ਹੈ। ਹੁਣ ਜਿਹੜਾ ਇਟਲੀ ਦਾ ਡਾਟਾ ਹੈ ਜੀ ਉਹ ਵੀ ਸਾਹਮਣੇ ਆ ਚੁੱਕਾ। ਇਟਲੀ ਦੇ ਵਿੱਚ ਜਿਹੜੀ ਕਣਕ ਦੀ ਇਸ ਵਾਰ ਪ੍ਰੋਡਕਸ਼ਨ ਹੈ ਉਹ ਘੱਟ ਚੁੱਕੀ ਹੈ। ਪਹਿਲਾਂ ਨਾਲੋਂ 15% ਜਿਹੜਾ ਡਾਊਨ ਜਾ ਚੁੱਕਾ ਹੈ ਕੰਮ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ। ਜਿਹੜੀ ਸੌਫਟ ਕਣਕ ਹੈ ਜੀ ਇਹ 15% ਘੱਟ ਇਹਦੀ ਪ੍ਰੋਡਕਸ਼ਨ ਹੋਈ ਹੈ। ਜਿਹੜਾ ਹਾਰਡ ਹੈ ਜੀ ਉਹ ਤਕਰੀਬਨ 20% ਜਿਹੜੀ ਦੂਰੋਂ ਜਿਸ ਨੂੰ ਆਪਾਂ ਕਹਿੰਦੇ ਹਾਂ 20% ਦੀ ਉਸਦੇ ਵਿੱਚ ਕਮੀ ਆਈ ਹੈ। ਇੱਕ ਤਰ੍ਹਾਂ ਦਾ ਜਿਹੜਾ ਖਤਰੇ ਦਾ ਅਲਾਰਮ ਵੱਜ ਚੁੱਕਾ ਹੈ। ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਵੀਡੀਓ ਦੇਖੀ ਧੰਨਵਾਦ।